ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਲਾਸਟ ਲੈਕਚਰ ਦੇ ਵਿੱਚ ਟਾਈਪ ਸੋਲਵ ਕੀਤੀ ਸੀ ਵੇਰੀਏਬਲ ਸੈਪਰੇਬਲ। ਇਹ ਸਾਰਾ ਪਲੱਸ 2 ਵਾਲਾ ਕੰਮ ਚੱਲ ਰਿਹਾ ਹੈ। ਹੁਣ ਅੱਗੇ ਨੈਕਸਟ ਟਾਈਪ ਕਰਨੀ ਹੈਗੀ ਆਪਾਂ ਰਿਡਿਊਸੀਬਲ ਟੂ ਵੇਰੀਏਬਲ ਸੈਪਰੇਬਲ। ਇਹ ਹੁੰਦੀ ਕੀ ਹੈਗੀ ਉਹਦੇ ਵਾਸਤੇ ਪਹਿਲਾਂ ਨੂਮੈਰੀਕਲ ਦੇਖ ਰਹੇ ਆਪਾਂ। ਉਹ ਨੂਮੈਰੀਕਲ ਦੀ ਸਟੇਟਮੈਂਟ ਕਿ ਤੁਸੀਂ ਵੀ ਦੇਖ ਲਓ। ਸੋਲਵ ਦਾ ਫੋਲੋਇੰਗ ਡਿਫਰੈਂਸ਼ੀਅਲ ਇਕੁਏਸ਼ਨ x plus y ਦਾ ਹੋਲ ਸਕੁਅਰ dy by dx equals to a square। तो देखो ध्यान, पहला यह टाइप ਨੂੰ ਆਪਾਂ वेरिएबल सैपरेबल ਨਾਲ ਕਰਨ ਦੀ ਕੋਸ਼ਿਸ਼ ਕਰ ਕਿ ਇਹ टाइप ਦੀ ਲੋੜ ਕਿਉਂ ਪਈ। वेरिएबल सैपरेबल ਦਾ ਕੀਤਾ ਪਹਿਲਾਂ ਆਪਾਂ ਨੇ, ਉਹਦੇ ਨਾਲ ਕਿਉਂ ਨਹੀਂ ਸੋਲਵ ਹੋ ਰਿਹਾ ਉਹ ਦੇਖਦੇ ਹਾਂ। ਪਹਿਲਾਂ वेरिएबल सैपरेबल ਦੇ ਵਿੱਚ ਕੀ ਹੁੰਦਾ ਸਭ ਤੋਂ ਪਹਿਲਾ ਸਟੈਪ ਤਾਂ ਇਹੀ ਆ ਕਿ dy ਤੇ dx ਅਲੱਗ ਕਰੋ। ਇਹ ਹੋ ਗਿਆ। ਤੇ ਕੀ ਕਰਨਾ ਹੁੰਦਾ ਆਪਾਂ dy ਨਾਲ ਕੱਲਾ y ਦੀ ਟਰਮ ਚਾਹੀਦੀ ਹੁੰਦੀ ਹੈ। ਜੇ ਕੋਈ x ਦੀ ਟਰਮ ਆ ਰਹੀ ਹੈਗੀ ਆ ਉਹਨੂੰ x ਕੋਲ ਲੈ ਕੇ ਜਾਣਾ, ਮਤਲਬ ਵੇਰੀਏਬਲ ਸੈਪਰੇਟ ਕਰਨੇ ਆ। x dx ਇੱਕ ਪਾਸੇ ਹੋਵੇ, y dy ਇੱਕ ਪਾਸੇ ਹੋਵੇ। ਪਰ ਇਹਦੇ ਚ ਪ੍ਰੋਬਲਮ ਇਹ ਆ ਰਹੀ ਆ ਕਿ x y ਇਕੱਠੇ ਪਏ ਨੇ, ਇਹ x ਕੱਲੇ ਨੂੰ ਆਪਾਂ ਉਧਰ ਨਹੀਂ ਲੈ ਕੇ ਜਾ ਸਕਦੇ। ਦੇਖ ਲਓ ਕਰਕੇ, ਮਤਲਬ ਜੇ ਆਪਾਂ ਸਕੇਅਰ ਵੀ ਖੋਲਾਂਗੇ ਤਾਂ ਵੀ ਆ y ਵਿੱਚ ਐਕਸਟਰਾ ਆ ਗਏ, ਉਧਰ ਜਾਣਾ ਨਹੀਂ ਹੈ। ਹਾਂਜੀ, ਜੇ ਇਦਾਂ ਗੱਲ ਹੁੰਦੀ x plus y ਦਾ ਹੋਲ ਸਕੁਅਰ dy dx, ਜੇ ਕੁਐਸਚਨ ਇਦਾਂ ਹੁੰਦਾ ਇਹਦੇ ਨਾਲ ਵੀ x ਪਿਆ ਹੁੰਦਾ x y ਇਦਾਂ ਹੁੰਦਾ। ਜੇ ਪਿੱਛੇ ਕੁਐਸਚਨ ਆਏ ਨੇ ਫਿਰ ਇਹ ਚੋਂ x ਕਾਮਨ ਨਿਕਲ ਜਾਣਾ ਸੀ। ਜੇ x ਕਾਮਨ ਨਿਕਲਦਾ ਫਿਰ y ਅਲੱਗ ਹੋ ਜਾਂਦਾ। ਫਿਰ ਇਸ ਕੇਸ 'ਚ ਵੇਰੀਏਬਲ ਸੈਪਰੇਟ ਹੋ ਰਹੇ, ਇਹ ਟਰਮ ਉੱਧਰ ਲੈ ਜਾਵਾਂਗੇ ਫਿਰ ਆਪਣਾ ਆਨਸਰ ਆਏਗਾ। ਪਰ ਇਸ ਕੇਸ ਦੇ ਵਿੱਚ x ਕੱਲਾ ਪਲੱਸ ਦੇ ਵਿੱਚ ਹੋਣ ਕਰਕੇ ਨਾ x ਕਾਮਨ ਨਿਕਲਦਾ, ਇੱਥੇ x ਕਾਮਨ ਨਿਕਲ ਗਿਆ ਤਾਂ ਵੇਰੀਏਬਲ ਸੈਪਰੇਟ ਹੋ ਗਈ। ਇੱਥੇ x ਕਾਮਨ ਵੀ ਨਿਕਲਦਾ ਹੈਗਾ, ਇਸ ਕਰਕੇ ਆਪਾਂ ਇਹਦੇ ਵੇਰੀਏਬਲ ਸੈਪਰੇਟ ਨਹੀਂ ਕਰ ਸਕਦੇ। ਜੇ ਵੇਰੀਏਬਲ ਸੈਪਰੇਟ ਨਹੀਂ ਕਰ ਸਕਦੇ ਤਾਂ ਇਸ ਕੇਸ ਕੀ ਕਰਾਂ? उस केस से सेकंड टाइप आ रिड्यूसिबल टू वेरिएबल सैपरेबल। रिड्यूसिबल वर्ड जो हैगा वो रिड्यूस तो बने, रिड्यूस करना कह लो चाहे कह लो कन्वर्ट करना कह लो, एक हिसाब नाल इक्को गल। मतलब इनू आपां ये वेरिएबल सैपरेट नहीं हो रहे, पर इनू आपां रिड्यूस टू वेरिएबल सैपरेट जां कन्वर्ट टू वेरिएबल सैपरेबल, ਇਹਨੂੰ ਆਪਾਂ ਵੇਰੀਏਬਲ ਸੈਪਰੇਬਲ ਚ ਕਨਵਰਟ ਕਰਾਂਗੇ। ਮਤਲਬ ਸਿੱਧੇ ਵੇਰੀਏਬਲ ਸੈਪਰੇਟ ਨਹੀਂ ਹੋ ਰਹੇ, ਪਰ ਇਹਨੂੰ ਕਨਵਰਟ ਕਰਕੇ ਰਿਡਿਊਸ ਕਰਕੇ ਫੇਰ ਵੇਰੀਏਬਲ ਸੈਪਰੇਟ ਕਰਾਂਗੇ ਆਪਾਂ। ਉਹ ਕਿਵੇਂ? ਉਹ ਧਿਆਨ ਦਿਓ, ਇਹ ਚ ਕਨਸੈਪਟ ਹੈ ਕੀ ਹੈ। ਫਿਰ ਵੈਸੇ ਹੁੰਦਾ ਕੀ ਹੈਗਾ कि ਜਿਹੜੀ ਟਰਮ ਪ੍ਰੋਬਲਮ ਕ੍ਰੀਏਟ ਕਰਦੀ ਹੈਗੀ ਆ, ਜਿਸ ਟਰਮ ਕਰਕੇ ਵੇਰੀਏਬਲ ਸੈਪਰੇਟ ਨਹੀਂ ਹੋ ਰਿਹਾ, ਇਹ ਟਰਮ ਕਰਕੇ ਵੇਰੀਏਬਲ ਸੈਪਰੇਟ ਨਹੀਂ ਹੋ ਰਿਹਾ, ਜਿਸ ਟਰਮ ਕਰਕੇ ਵੇਰੀਏਬਲ ਸੈਪਰੇਟ ਨਹੀਂ ਹੋ ਰਿਹਾ, ਜਾਂ ਜਿਹੜੀ ਟਰਮ ਪ੍ਰੋਬਲਮ ਕ੍ਰੀਏਟ ਕਰਦੀ ਹੈ ਵੇਰੀਏਬਲ ਸੈਪਰੇਟ ਹੋਣ ਨੂੰ, ਵੇਰੀਏਬਲ ਸੈਪਰੇਟ ਟਰਮ ਨਹੀਂ ਹੋਣ ਦਿੰਦੀ ਹੈਗੀ, ਜਿਹੜੀ ਪ੍ਰੋਬਲਮ ਕ੍ਰੀਏਟ ਕਰ ਰਹੀ ਹੈਗੀ, ਉਹਨੂੰ ਆਪਾਂ ਕੁਝ ਪੁੱਟ ਕਰ ਲਈਦਾ ਹੁੰਦਾ। ਤੁਸੀਂ ਪੁੱਟ ਕਰ ਲਓ x plus y ਨੂੰ t ਪੁੱਟ ਕਰ ਲਓ। ਇਹ ਪੁੱਟ ਕਰਕੇ ਫਿਰ ਕਰਾਂਗੇ ਡਿਫਰੈਂਸ਼ੀਏਟ ਬੋਥ ਸਾਈਡ ਵਿਦ ਰਿਸਪੈਕਟ ਟੂ x। ਇਹ 1 ਆ ਜਾਏਗਾ, ਇਹਦਾ dy by dx ਆਊਗਾ, ਇਹਦਾ dt by dx ਆਊਗਾ। ਇੱਥੋਂ dy by dx ਦੀ ਵੈਲਿਊ ਕਿੰਨੀ ਬਣ ਗਈ? dt by dx minus 1। ਇਹ ਵੈਲਿਊ ਇਹਦੇ ਵਿੱਚ ਸਬਸਟੀਟਿਊਟ ਕਰ ਦਿੰਦੇ, ਪੁੱਟ ਇਨ 1, ਪੁੱਟ ਇਨ 1। देयरफॉर ਇਹਨੂੰ t ਮੰਨਿਆ ਆਪਾਂ। ਦੇਖੋ dt by dx minus 1 equals to a square। देखो ध्यान और t स्क्वायर चक के उधर ले जाओ। dt by dx minus 1 equal to a square by t square। dt by dx equal to a square by t square plus 1। इधर एलसीएम ले लो, a square plus t square by t square। ये वेरिएबल सेपरेट कर दो जी, टी स्क्वायर अपॉन
a square t square dt is equal to dx। ਪਹਿਲਾਂ ਦੇਖੋ ਵੇਰੀਏਬਲ ਸੈਪਰੇਟ ਨਹੀਂ ਹੋ ਰਹੇ ਸੀਗੇ, ਪਰ ਇਹਨੂੰ ਕਨਵਰਟ ਕੀਤਾ, t ਚ ਕਨਵਰਟ ਕੀਤਾ, ਫਿਰ ਦੇਖੋ ਵੇਰੀਏਬਲ ਸੈਪਰੇਟ ਹੋ ਗਏ। ਮਤਲਬ ਇਸ ਇਕੁਏਸ਼ਨ ਨੂੰ ਆਪਾਂ ਅਜਿਹੀ ਇਕੁਏਸ਼ਨ ਚ ਰਿਡਿਊਸ ਕਰਤਾ, ਕਨਵਰਟ ਕਰਤਾ ਜਿਹਦੇ ਵੇਰੀਏਬਲ ਸੈਪਰੇਟ ਹੋ ਰਹੇ ਨੇ। ਇਹਨੂੰ ਕਹਾਂਗੇ ਆਪਾਂ ਰਿਡਿਊਸੀਬਲ ਟੂ ਵੇਰੀਏਬਲ ਸੈਪਰੇਟ। ਇਹ ਇਕੁਏਸ਼ਨਾਂ ਰਿਡਿਊਸ ਹੋ ਕੇ ਕਨਵਰਟ ਹੋ ਕੇ ਵੇਰੀਏਬਲ ਸੈਪਰੇਟ ਫਾਰਮ ਚ ਬਣ। ਹੁਣ ਵੇਰੀਏਬਲ ਸੈਪਰੇਟ ਕੀਤਾ ਜੀ, ਵੇਰੀਏਬਲ ਸੈਪਰੇਟ ਕਿਵੇਂ ਕਰਨਾ ਹੁੰਦਾ ਉਹਦਾ ਕੀਤਾ ਹੋਇਆ ਕਿ ਵੇਰੀਏਬਲ ਸੈਪਰੇਟ ਹੋ ਗਏ, ਫਿਰ ਇਹਦੀ ਇੰਟੀਗ੍ਰੇਸ਼ਨ ਕਰ ਦੇਵਾਂਗੇ, ਫਿਰ ਆਂਸਰ ਆ ਜਾਊਗਾ। ਟੀ ਦੀ ਫਾਰਮ ਚ ਆਊਗਾ ਆਂਸਰ, ਫਿਰ ਟੀ ਦੀ ਲਾਸਟ ਆਪਾਂ ਵੈਲਿਊ ਕਰ। ਬਾਕੀ ਸਾਰਾ ਕੰਮ ਇਸ ਤੋਂ ਪੁਰਾਣਾ ਹੀ ਹੈ। ਇੱਧਰ ਲਿਖਣਾ ਮੈਂ ਇੰਟੀਗ੍ਰੇਟ both side t square upon a square t square dt, ये dx आ गया। ਹੁਣ ਇਹ ਜੋ ਫਸਟ ਐਕਸਰਸਾਈਜ਼ ਕਰਵਾਈ ਹੈਗੀ ਹੈ ਉਹਦੇ ਵਿੱਚ ਕਈ ਬੱਚਿਆਂ ਨੇ ਇਹਨਾਂ ਕੁਐਸਚਨ ਪ੍ਰੋਬਲਮ ਆਈ ਹੈਗੀ ਹੈ। ਇੱਕ ਤਾਂ ਜੋ ਕੁਐਸਚਨ ਮੈਂ ਜਿੰਨੇ ਪ੍ਰੋਬਲਮ ਆਈ ਸੀ ਜੀ, ਉਹਨਾਂ ਨੇ ਕੁਐਸਚਨ ਸੋਲਵ ਕਰਕੇ ਭੇਜੇ ਸੀਗੇ, ਉਹਦੇ ਸੌਖੇ ਤਰੀਕੇ ਨਾਲ ਸੋਲਵ ਕੀਤਾ ਸੀ। ਸੌਖੇ ਤਰੀਕੇ ਨਾਲ ਕਿਵੇਂ ਸੋਲਵ ਕੀਤਾ ਸੀ, ਇਹਦੇ ਵਿੱਚ a ਸਕੁਅਰ ਐਡ ਕਰਤਾ ਸੀਗਾ, ਇਦਾਂ ਕਰਤਾ ਸੀ, ਪਰ ਇਹ ਪ੍ਰੋਪਰ ਮੈਥਡ ਨਹੀਂ ਹੈ। ਤਾਂ ਬਸ ਇਦਾਂ ਕੀ ਸੋਲਵ ਹੋ ਰਿਹਾ ਇਹਦੇ ਵਿੱਚ। ਪ੍ਰੋਪਰ ਮੈਥਡ ਕੀ ਹੈ, ਮਤਲਬ ਕਿ ਜੇ ਪਾਵਰ ਉਹਦੇ ਮੰਨ ਲਓ 5 ਹੋਵੇ ਫਿਰ ਕੀ ਕਰੋਗੇ, ਫਿਰ ਤਾਂ ਕੁਝ ਨਹੀਂ ਹੋਣਾ। ਸਕੁਅਰ ਤਾਂ ਆਪਾਂ ਪਲੱਸ ਮਾਈਨਸ ਕਰਕੇ ਸੇਮ ਬਣਾ ਲੈਣਾ। ਹੁਣ 5 ਚ ਕੀ ਕਰਾਂਗੇ ਆਪਾਂ, ਤਾਂ ਇੱਕ ਜਨਰਲ ਤਰੀਕਾ ਕਰ ਰਹੇ, ਪਲੱਸ 2 ਵਿੱਚ ਵੀ ਸੀਗਾ। ਵੈਸੇ ਇੱਕ ਬੱਚੇ ਨੇ ਜਿਹਨੇ ਸੋਲੂਸ਼ਨ ਭੇਜੇ ਸੀਗੇ ਉਹਨੇ ਇਸ ਮੈਥਡ ਨਾਲ ਸੋਲਵ ਕੀਤਾ ਹੋਇਆ ਸੀਗਾ, ਪਰ ਇਹ ਦੱਸਣਾ ਸੀਗਾ ਜੀ, ਸੌਰੀ ਮੈਂ ਕਲਾਸ ਸਮਝਾ ਰਿਹਾ। ਇਹ ਕੀ ਹੈਗਾ, ਇਹਨੂੰ ਕਹਿੰਦੇ ਆ ਆਪਾਂ ਨਿਊਮਰੇਟਰ। ਤਰੀਕਾ ਧਿਆਨ ਰੱਖਿਓ, ਮੈਥਡ ਕੀ ਹੈ, ਇਹ ਹੈਗਾ ਡਿਨੋਮੀਨੇਟਰ, ਪਤਾ ਹੀ ਹੋਊਗਾ। ਨਿਊਮਰੇਟਰ ਡਿਨੋਮੀਨੇਟਰ, ਜੇ ਨਿਊਮਰੇਟਰ ਦੀ ਹਾਈਐਸਟ ਪਾਵਰ डिनोमिनेटर के बराबर आ रही है ਜਾਂ ਉੱਪਰ ਵੱਡੀ ਆ ਰਹੀ ਹੈ, ਮਤਲਬ ਉੱਪਰ ਪਾਵਰ ਨੀਚੇ ਦੇ ਬਰਾਬਰ ਜਾਂ ਉੱਪਰ ਪਾਵਰ ਵੱਡੀ। ਪਾਵਰ ਦੋਨਾਂ ਦੇ ਉੱਪਰ ਨੀਚੇ ਬਰਾਬਰ, ਹਾਈਐਸਟ ਪਾਵਰ ਦੇਖਣੀ ਹੈ, ਹਾਈਐਸਟ ਪਾਵਰ ਜਿਹਨੂੰ ਆਪਾਂ ਡਿਗਰੀ ਕਹਿੰਦੇ। ਇਹਦੀ ਡਿਗਰੀ ਕਿੰਨੀ ਹੈ 2, ਇਹਦੀ ਡਿਗਰੀ ਕਿੰਨੀ 2 ਹੈ। ਡਿਗਰੀ ਬਰਾਬਰ ਹੋਵੇ ਜਾਂ ਉੱਪਰ ਡਿਗਰੀ ਵੱਡੀ ਹੋਵੇ। ਇਸ ਕੇਸ ਕੀ ਕਰਨਾ ਹੁੰਦਾ ਆਪਾਂ ਨੇ, ਇਸ ਕੇਸ ਚ ਆਪਾਂ ਡਿਵਾਈਡ ਕਰਨਾ। ਡਿਵਾਈਡ ਕਿਵੇਂ, न्यूमरेटर में अंदर रख लो, डिनोमिनेटर ਨੂੰ ਬਾਹਰ ਰੱਖ ਲਓ, डिवाइड कर दो। 1 ਤੇ ਕੀਤਾ t ਸਕੁਅਰ ਪਲੱਸ a ਸਕੁਅਰ, ਅੱਗੇ ਹੋਰ डिवाइड ਨਹੀਂ ਹੋਊਗਾ। ਇਹ ਪਤਾ ਹੋਊਗਾ, ਇਹਨੂੰ ਕਹਿੰਦੇ ਆ ਆਪਾਂ डिविडेंड। ਇਹ ਨਾਮ ਨਹੀਂ ਪਤਾ ਧਿਆਨ ਰੱਖਿਓ ਜੇ ਪਤਾ ਨਹੀਂ ਹੈਗੇ। ਇਹ डिवाइजर, ਇਹ ਹੁੰਦਾ ਕੋਸ਼ੈਂਟ, ਇਹ ਹੁੰਦਾ ਹੈਗਾ ਰਿਮਾਈਂਡਰ। डिविडेंड अपॉन डिवाइजर, इन्हों की लिख सकते हैं आप कोशेंट प्लस रिमाइंडर अपॉन डिवाइजर। ये फार्मूला होता मतलब डिविडेंड कितना हो रहा टी स्क्वायर अपॉन ए स्क्वायर प्लस टी स्क्वायर। इन्हों की लिख सकते हैं आप कोशेंट प्लस रिमाइंडर अपॉन डिवाइजर। इतना आप लिख सकते हैं। वैसे ये भी तरीका ठीक है, पर यह यूज करने की आदत पा लो थोड़ी। ये जनरल फॉर्मूला हर एक एप्लीकेबल है। 1 माइनस 1 प्लस माइनस एक्स सी बाद चो पा लांगे। ये इंटीग्रेशन टी आ गई, ये जो ए स्क्वायर बाहर निकल गया, ये बन गया 1 अपॉन ए tan इनवर्स टी अपॉन ए इक्वल्स टू एक्स प्लस। ये हो गया सॉल्व। अगे टी की वैल्यू पा देनी, टी की बनना सी अपने एक्स प्लस वाई, एक्स प्लस वाई, ये एक्स एक्स कट गई, वाई इक्वल्स टू ए tan इनवर्स एक्स प्लस वाई अपॉन ए प्लस सी, जो भी आ गया। ये रिड्यूसिबल टू वेरिएबल सेपरेबल एक टाइप को दसनी है, देख लो।
जिवें आ देखो क्वेश्चन dy by dx equal to sin x plus y cos वेरिएबल सैपरेट नहीं होंगे ਇਹਦੇ ਵਿੱਚ क्यों क्योंकि ਇਹ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ ਇਹ x ਦੇ ਇਕੱਠੇ ਆ ਰਹੇ ਜੋ ਟਰਮ ਪ੍ਰੋਬਲਮ ਕ੍ਰੀਏਟ ਕਰੇ ਉਹਨੂੰ t ਪੁੱਟ ਕਰ ਲੈਣਾ ਤੁਸੀਂ x y ਨੂੰ t ਪੁੱਟ ਕਰ ਲਿਓ ਬਾਕੀ ਸਾਰੇ ਇਦਾਂ ਕਰ ਲਿਓ ਜਿਵੇਂ 4i dy by dx equal to 2x plus 3y minus 4 ਦਾ ਹੋਲ ਸਕੁਆयर ਇਹ ਵੀ ਆਪਣੇ ਕੋ ਵੇਰੀਏਬਲ ਸੈਪਰੇਟ ਹੀ ਹੋਣਗੇ वेरिएबल सैपरेट नहीं होंगे तो यह प्रॉब्लम क्रिएट कर रही है जे ये प्रॉब्लम क्रिएट कर रही हैगी तो इनू आपां टी पुट करो ये सिंपल जी गल ये टाइप अपनी सेकंड हुण टाइप आपां थर्ड यूज शुरू करनी टाइप थर्ड हैगी है जी होमोजीनियस टाइप थर्ड है जी अपने को होमोजीनियस जिन्होंने कह लो होमोजीनियस इक्वेशन ये किदां दी है जिवें क्वेश्चन कर रहे हैं x plus y the x square plus y square dx minus 2xy dy equal to सब तो पहला आप dy by dx की वैल्यू करनी है देख सकते हो कितनी होगी x square plus y square upon 2xy ये पहला सब तो पहला dy by upon dx की वैल्यू करनी होमोजेनियस इक्वेशन ਹੁੰਦੀਆਂ ਕਿਹੜੀਆਂ ਨੇ ਇਹ ਪ੍ਰੋਪਰ ਵੈਸੇ ਆਪਾਂ ਹੁਣ ਡਿਫਾਈਨ ਕਰਾਂਗੇ ਪਰ ਨੈਕਸਟ ਚੈਪਟਰ ਵਿੱਚ ਪ੍ਰੋਪਰ ਡਿਫਾਈਨ ਕਰਾਂਗੇ ਫਿਲਹਾਲ ਤਾਂ ਮੋਟਾ ਜਿਹਾ ਕੰਮ ਕਰਵਾਉਣਾ ਜਿਹਦੇ ਪਲੱਸ 2 ਚ ਕੀਤਾ ਹੋਏਗਾ ਇਹਨੂੰ ਪ੍ਰੋਪਰ ਡਿਫਾਈਨ ਆਪਾਂ ਅੱਗੇ ਨੈਕਸਟ ਚੈਪਟਰ ਵਿੱਚ ਕਰਾਂਗੇ ਜਿੱਥੇ ਆਊਗਾ ਫਿਲਹਾਲ ਹੋਮੋजेनियस ਇਕੁਏਸ਼ਨ ਕਿਹੜੀ ਹੁੰਦੀ ਹੈਗੀ ਆ ਜਿਹਦੀ ਉੱਪਰ ਡਿਗਰੀ ਅਲੱਗ ਸੇਮ ਹੋਵੇ ਨੀਚੇ ਉੱਪਰ ਪਾਵਰ ਅਲੱਗ ਸੇਮ ਹੋਵੇ ਨੀਚੇ ਪਾਵਰ ਅਲੱਗ ਸੇਮ ਦੁਬਾਰਾ ਬੋਲ ਰਹੇ ਉੱਪਰ हरेक दी पावर अलग सेम होवे ऊपर नीचे पावर अलग सेम मतलब नोट पा लो dy by dx ये x square plus y square बटा x cube plus y ਇਹਦੀ पावर कितनी है x की 2 ਇਹਦੀ पावर कितनी है y की 2 जिन्ने भी वेरिएबल ने च वेरिएबल दो ने हरेक दी पावर सेम हो ਇਹਦੀ ਪਾਵਰ 2 ਹੈ ਇਹਦੀ ਪਾਵਰ 2 ਆਪਾਂ ਕਹਾਂਗੇ ਹਰੇਕ ਟਰਮ ਦੀ ਪਾਵਰ ਸੇਮ ਨਿਊਮਰੇਟਰ ਦੇ ਵਿੱਚ ਹਰੇਕ ਦੀ ਪਾਵਰ ਸੇਮ ਨੀਚੇ ਚੈੱਕ ਕਰੋ ਇਹ ਪਾਵਰ ਕਿੰਨੀ ਵੇਰੀਏਬਲ ਦੀ 3 ਹੈ ਇਹ ਵੀ 3 ਹੈ ਹਰੇਕ ਦੀ ਪਾਵਰ ਸੇਮ ਹੋਵੇ ਤਾਂ ਇਹਨੂੰ ਕਹਾਂਗੇ ਇਹਦੀ ਹਰੇਕ ਦੀ ਪਾਵਰ ਸੇਮ ਉੱਪਰ ਪਾਵਰ ਅਲੱਗ ਸੇਮ ਹੋਵੇ ਨੀਚੇ ਪਾਵਰ ਅਲੱਗ ਸੇਮ ਹੋਵੇ ਇਹਨੂੰ ਕਹਿੰਦੇ ਆਪਾਂ ਹੋਮੋਜੀਨੀਅਸ ਜਿਵੇਂ ਦੇਖੋ ਜੇ ਵੇਰੀਏਬਲ ਆਪਣੇ ਕੋਲ ਦੋ ਅਲੱਗ ਮਲਟੀਪਲਾਈ ਚ ਹੋਣ तो ਇਹਦਾ ਪਾਵਰ ਦਿਖ ਰਹੀ ਪਾਵਰ 2 ਆ ਇਹਦੀ ਪਾਵਰ 2 ਆ ਜੇ ਦੋ ਵੇਰੀਏਬਲ ਅਲੱਗ-ਅਲੱਗ ਮਲਟੀਪਲਾਈ ਵਿੱਚ ਵੀ ਨੇ ਤਾਂ ਉਹਨਾਂ ਦੀ ਪਾਵਰ ਜੋੜ ਲੈਣੀ ਹੈ ਦਿਮਾਗ ਦੇ ਵਿੱਚ ਕਿ ਇਹ ਵੀ ਪਾਵਰ 2 ਹੀ ਕਹਾਂਗੇ ਤਾਂ ਓਵਰਆਲ ਪਾਵਰ ਕਿੰਨੀ ਹੋਗੀ 2 ਹਰੇਕ ਦੀ ਪਾਵਰ ਸੇਮ ਨੀਚੇ ਪਾਵਰ 3 ਹੈ ਇਹ ਮਲਟੀਪਲਾਈ ਚ ਤਾਂ ਓਵਰਆਲ ਪਾਵਰ 3 ਹੋਗੀ ਇਹ ਵੀ ਪਾਵਰ 3 ਹੈ ਇਹ ਵੀ ਪਾਵਰ 3 ਹੈ ਤਾਂ ਓਵਰਆਲ ਪਾਵਰ ਸੇਮ ਉੱਪਰ ਨੀਚੇ ਪਾਵਰ ਉੱਪਰ ਅਲੱਗ ਪਾਵਰ ਸੇਮ ਨੀਚੇ ਅਲੱਗ ਪਾਵਰ ਸੇਮ ਹੈ ਇਹਨੂੰ ਵੀ ਕੀ ਕਹਾਂਗੇ ਆਪਾਂ ये होमोजेनियस पर ਜਿਹੜੀਆਂ ਤੁਸੀਂ ਪਲੱਸ 2 ਵਿੱਚ ਸੋਲਵ ਕੀਤੀਆਂ ਇਕੁਏਸ਼ਨਸ ਤੇ ਜਿਹੜੀਆਂ ਆਪਾਂ ਹੁਣ ਸੋਲਵ ਕਰਨੀਆਂ ਨੇ ਉਹਦੇ ਵਿੱਚ ਕੀ ਹੈਗਾ ਉਹਦੇ ਵਿੱਚ ਉਹੀ ਹੋਮੋਜੀਨੀਅਸ ਇਕੁਏਸ਼ਨ ਆਪਾਂ ਸੋਲਵ ਕਰਨੀ ਹੈ ਜਿਸ ਚ ਉੱਪਰ ਵੀ ਪਾਵਰ ਅਲੱਗ ਸੇਮ ਹੋਵੇ ਨੀਚੇ ਪਾਵਰ ਅਲੱਗ ਸੇਮ ਹੋਵੇ ਤਾਂ ਪਤਾ ਹੀ ਹੋਮੋਜੀਨੀਅਸ ਦੇ ਵਿੱਚ ਤੇ ਉੱਪਰ ਨੀਚੇ ਪਾਵਰ ਵੀ ਸੇਮ ਹੋਵੇ ਜਿਵੇਂ इस टॉपिक दे विच आपां ने सिर्फ ओही इक्वेशन सॉल्व करनियां ने जिवें आ देखो
ऊपर पावर सेम है 2 2, नीचे पावर सेम है 2 2, ऊपर नीचे पावर भी सेम है आपस ऊपर अलग पावर सेम होवे, नीचे अलग पावर सेम होवे ते आपस ऊपर नीचे पावर सेम होवे। अपने ओ वाली होमोजेनस इक्वेशन सॉल्व करने हैं। ध्यान रखना जी, होमोजेनस केड़ी हुंदी है? होमोजेनस वो हुंदी है ऊपर अलग पावर सेम होवे, नीचे अलग पावर सेम होवे। ये सिर्फ अपनी डेफिनेशन ऑफ होमोजेनस है। ये भी होमोजेनस है, ये भी होमोजेनस है, ये भी होमोजेनस है। पर आप पहले सॉल्व केड़ी करनी है? आपने सिर्फ वही सॉल्व करनी है जिहदे विच ऊपर ते नीचे आपस च भी पावर सेम हो। ये नहीं सॉल्व कर सकते है नहीं अपने इस टॉपिक अगे आउणगी ਆਪਾਂ ये भी नहीं है कि ऊपर पावर अलग सेम है, नीचे पावर अलग सेम है। होमोजेनस हैगी है पर आपस च पावर सेम नहीं हैगी ऊपर नीचे, इस करके ये तो नहीं सॉल्व करनी। ये सॉल्व किवें करनियां हुंदियां? बस सिंपल जिहा कंसैप्ट है, इह च पुट करांगे पुट y इक्वल टू vx जां x इक्वल टू vy, जो मर्जी कर सकते। y इक्वल टू vx पुट कर सकते ਜਾਂ x इक्वल टू vy ਜਿਹੜਾ ਮਰਜ਼ੀ ਪੁੱਟ ਕਰ ਲਓ, ਮਰਜ਼ੀ ਹੁੰਦੀ ਹੈ। ਮੋਸਟਲੀ ਆਪਾਂ y ਇਕੁਅਲ ਟੂ vx ਪੁੱਟ ਕਰਾਂਗੇ। v ਕਾਂਸਟੈਂਟ ਨਹੀਂ ਹੈ, ਵੇਰੀਏਬਲ ਹੈ। ਇਹ ਕੁਐਸਚਨ ਥੋੜੇ ਲੰਬੇ ਜਾਂਦੇ ਹੁੰਦੇ, ਧਿਆਨ ਰੱਖਣੇ ਆਪਣੇ ਕੀ ਹੋਊਗਾ। ਹੋਮੋਜੇਨਸ ਟਾਈਪ ਦੇ ਵਿੱਚ ਕੀ ਹੋਊਗਾ? ਜਦੋਂ ਇਹ ਪੁਟਿੰਗ ਕਰਾਂਗੇ, ਇਹ ਪੁਟਿੰਗ ਕਰਨ ਤੋਂ ਬਾਅਦ ਵੇਰੀਏਬਲ ਸੈਪਰੇਟ ਹੋਣਗੇ। ਜਦੋਂ ਇਹ ਪੁਟਿੰਗ ਕਰਾਂਗੇ, ਇਹ ਪੁਟਿੰਗ ਕਰਨ ਤੋਂ ਬਾਅਦ ਇਹਦੇ ਪੱਕਾ ਵੇਰੀਏਬਲ ਸੈਪਰੇਟ ਹੋਣਗੇ। ਦੂਜੀ ਗੱਲ, ਹੋਮੋਜੇਨਸ ਦੇ ਵਿੱਚ ਕੀ ਹੁੰਦਾ ਹੈਗਾ, ਜਦੋਂ ਆਪਾਂ ਵੈਲਿਊ ਪੁੱਟ ਕਰਾਂਗੇ, ਇਹ ਜਿਹੜੀ ਟਰਮ ਹੈਗੀ ਆ dy by dx ਨੂੰ ਛੱਡ ਕੇ ਜੋ ਬਾਕੀ ਟਰਮ ਬਚੀ ਹੈ ਇਹ ਕੱਲੀ v ਚ ਕਨਵਰਟ ਹੋਣੀ ਚਾਹੀਦੀ ਹੈ। ਇਹ v ਚ ਕਨਵਰਟ ਹੋਊਗੀ ਪਲੱਸ ਵੇਰੀਏਬਲ ਸੈਪਰੇਟ। ਇਹ ਗੱਲ ਧਿਆਨ ਰੱਖਣੀ। ਜੇ ਇਹ ਪੁੱਟ ਕਰਕੇ ਇਹਦੇ ਵਿੱਚ v ਚ ਕਨਵਰਟ ਨਹੀਂ ਹੋ ਰਿਹਾ, ਇਹ ਵਾਲਾ ਪਾਰਟ ਡੈਰੀਵੇਟਿਵ ਨੂੰ ਛੱਡ ਕੇ ਇਹ ਵਾਲਾ ਪਾਰਟ ਜੇ ਕੱਲਾ v ਚ ਕਨਵਰਟ ਨਹੀਂ ਹੋ ਰਿਹਾ ਤਾਂ ਜਾਂ ਤਾਂ ਇਹ ਟਾਈਪ ਹੋਮੋਜੇਨਸ ਨਹੀਂ ਹੈਗੀ, ਤੁਸੀਂ ਗਲਤ ਪੁਟਿੰਗ ਕਰ ਰਹੇ ਹੋ, ਜਾਂ ਹੋਮੋਜੇਨਸ ਤਾਂ ਹੈ, ਪੁਟਿੰਗ ਕਰਕੇ ਤੁਸੀਂ ਪ੍ਰੋਪਰ ਸਹੀ ਸੋਲਵ ਨਹੀਂ ਕੀਤਾ ਤਾਂ ਤੁਹਾਡਾ ਆਨਸਰ v ਚ ਨਹੀਂ ਆ ਰਿਹਾ। ਇਹ ਦੋ ਗੱਲਾਂ ਹੋਣਗੀਆਂ। ਚਲੋ ਇਹ ਕਰਨਾ ਕਿਵੇਂ ਅੱਗੇ? ਫਿਰ ਡੈਰੀਵੇਟਿਵ ਕਰਨਾ dy by dx equals to first as it is derivative of second as it is derivative of first v plus x dv। ये वैल्यू भर देनी है आप। देखो इस भरिया अपने x स्क्वायर b स्क्वायर x स्क्वायर अपॉन 2x स्क्वायर। ये जो देखो x कैंसिल हो जाएगा, x कैंसिल किया, एक कला v च बच गया। उस तो बाद ये सारे मैथड सेम ही है, ये चक के उधर ले लेंगे टर्म x dv by dx इक्वल टू 1 प्लस b स्क्वायर अपॉन 2b माइनस b। सॉल्व कर लो 1 प्लस b स्क्वायर माइनस 2b स्क्वायर 2b 1 माइनस b स्क्वायर। अगे इस तो वेरिएबल सेपरेट करना है। v अपॉन 1 माइनस b स्क्वायर dv dx। फिर इंटीग्रेट बोथ साइड कितना अपन इंटीग्रेट 2b अपॉन 1 माइनस b स्क्वायर dv dx अपॉन। बाकी तो सिंपल इंटीग्रेशन करनी, फिर डेरिवेटिव पर बना लो, नेगेटिव आ गया, डेरिवेटिव बन गया ऊपर, ये बन गया लॉग। ध्यान रखना इतने मॉड पाना हमेशा, इक्वल्स टू लॉग मॉड एक्स। लॉग सी मैं इधर पा रहा, बाकी मर्जी। लॉग सी यहाँ आ गया, उधर आ गया लॉग मॉड एक्स प्लस लॉग 1 माइनस बी स्क्वायर। ये बन गया लॉग सी लॉग एक्स इंटू 1 माइनस बी स्क्वायर, मॉड इकट्ठा कर लें
take anti-log on both sides. Therefore, C equals to mod of x 1 minus b square. v ਦੀ ਵੈਲਿਊ ਆਪਾਂ ਇੱਥੋਂ ਕੱਢਣੀ ਹੁੰਦੀ, v ਆਊਗਾ y upon x ਵਿੱਚ ਪਾਤਾ 1 minus y square upon x square, ਮੋਡ ਹਟਾਵਾਂਗੇ ਪਲੱਸ ਮਾਈਨਸ ਇਹਨੂੰ a ਮੰਨ ਲਿਆ, ਐਲਸੀਐਮ ਲੈ ਲਿਆ ਜੀ, x कैंसिल हो जाएगा ਅਤੇ क्रॉस मल्टीप्लाई जो भी आ गया ਇਹ ਟਾਈਪ ਇੱਕ ਤਾਂ ਇਹਨਾਂ ਵਿੱਚ ਜੇ ਉੱਪਰ ਨੀਚੇ ਪਾਵਰ ਸੇਮ ਹੋਵੇ ਹੋਮੋਜੀਨੀਅਸ ਦੇ ਵਿੱਚ ਫਿਰ ਆਪਾਂ ਇਦਾਂ ਸੋਲਵ ਕਰਾਂਗੇ। ਇੱਕ ਹੋਰ ਟਾਈਪ ਦੇ ਕੁਐਸਚਨ ਇਹਦੇ ਵਿੱਚ, ਉਹ ਟਾਈਪ ਹੈ ਕਿ ਪਹਿਲਾਂ ਗੱਲ ਕਰੀ ਸੀ ਕਿ ਐਂਗਲ ਬਾਰੇ ਕਿਹਾ ਸੀ, ਕੁਝ ਜੇ ਲੈਕਚਰ ਲਾਏ ਹੋਣਗੇ ਪਹਿਲਾਂ ਪਤਾ ਹੋਊਗਾ, ਜਿਵੇਂ E ਵਾਸਤੇ ਇਹ ਐਂਗਲ ਕਿਹਾ ਸੀ, ਸਾਈਨ ਵਾਸਤੇ ਇਹ ਕਿਹਾ ਸੀ ਐਂਗਲ। ਜੇ ਐਂਗਲ ਦੇ ਵਿੱਚ x upon y ਪਿਆ ਹੋਵੇ, ਮਤਲਬ e ਦੀ ਪਾਵਰ x upon y sin x upon y ਜਾਂ y upon x ਪਿਆ ਹੋਵੇ, ਲੌਗ ਲਾ ਲਓ, ਇੱਥੇ ਵੀ ਆਪਾਂ ਨੇ ਹੋਮੋਜੀਨੀਅਸ ਵਾਲਾ ਕਨਸੈਪਟ ਯੂਜ਼ ਕਰਨਾ ਹੈ, ਉਹ ਲਾ ਕੇ ਦੇਖਣਾ। x upon y ਪਿਆ ਹੋਵੇ ਐਂਗਲ ਜਾਂ y upon x ਪਿਆ ਹੋਵੇ, ਇੱਥੇ ਵੀ ਆਪਾਂ ਹੋਮੋਜੀਨੀਅਸ ਵਾਲਾ ਕਨਸੈਪਟ ਲਾ ਕੇ ਦੇਖਣਾ ਵਰਡ ਮੈਂ ਕਿਉਂ ਪਰ ਇਹ ਕੁਐਸਚਨ ਕਰਵਾਉਣਾ, ਫਿਰ ਲੱਗ ਜੂ ਪਤਾ। ਜੇ ਤਾਂ ਐਪਲੀਕੇਬਲ ਹੋ ਗਿਆ ਫਿਰ ਲਾਣਾ, ਅਦਰਵਾਈਜ਼ ਕੁਛ ਹੋਰ ਸੋਚਾਂਗੇ। ਉਹ ਕਿਵੇਂ ਹੈ, ਮੈਂ ਸਟੇਟਮੈਂਟ ਪੜ੍ਹ ਰਿਹਾ, ਦੇਖੋ ਧਿਆਨ ਨਾਲ। ਇਹ ਹੈ ਜੀ x sin y upon x dy equals to y sin y upon x minus x dx. x sin y upon x dy equals to y sin y upon x minus x। ਜਿੱਥੇ ਐਂਗਲ ਦੇ ਵਿੱਚ x upon y ਹੋਵੇ ਚਾਹੇ y upon x ਹੋਵੇ, ਉੱਥੇ ਇਹ ਕਨਸੈਪਟ ਹੋਮੋਜੀਨੀਅਸ ਵਾਲਾ ਲੱਗ ਸਕਦਾ ਹੈ। ਉਹ ਕਨਫਰਮ ਕਿਵੇਂ ਕਰਨਾ ਉਹ ਦੇਖਣਾ, ਧਿਆਨ ਰੱਖਣਾ, ਪੱਕਾ ਨਹੀਂ ਕਹਿ ਰਿਹਾ ਮੈਂ, ਲੱਗ ਸਕਦਾ। ਇਹਦੇ ਵਿੱਚੋਂ ਪਹਿਲਾਂ dy by dx ਦੀ ਵੈਲਿਊ ਕੱਢ, ਇਹ ਕਿੰਨਾ ਹੋਊਗਾ y sin y upon x minus x, x sin y upon x। ਇਹ ਚ ਕਰਨਾ ਕੀ ਹੈਗਾ, ਪਹਿਲਾਂ ਕਰਕੇ ਦੇਖਣਾ ਆਪਾਂ ਨੇ ਉਵੇਂ, ਇਹ ਚ ਪੁੱਟ ਕੀਤਾ y equal to dx, ਬਿਲਕੁਲ ਸੇਮ ਡੈਰੀਵੇਟਿਵ ਕਰ ਲਿਆ। ਮੈਂ ਕਿਵੇਂ ਕਹਿ ਰਿਹਾ ਸੀ ਮੈਂ ਕਿ ਲਗਾ ਕੇ ਦੇਖਣਾ ਹੈਗਾ, ਹੁਣ ਵੈਲਿਊ ਭਰਾਂਗੇ ਇਹਦੇ ਵਿੱਚ, y ਨੂੰ ਭਰਿਆ vx sin a vx upon x ਆ ਗਿਆ, ਇਹ x ਆ ਗਿਆ, ਇਹ sin vx upon x। ਜੇ ਇਹਦੇ ਵਿੱਚ ਭਰਨ ਤੋਂ ਬਾਅਦ ਜੇ ਇਹ ਸਾਰਾ ਕੁਐਸਚਨ ਜਿਵੇਂ ਹੋਮੋਜੀਨੀਅਸ ਕਿਹਾ ਸੀਗਾ ਕਿ ਸਾਰਾ ਕੱਲਾ v ਚ ਬਚਣਾ ਚਾਹੀਦਾ, ਜੇ ਇਹ ਸਾਰਾ v ਚ ਬਚ ਗਿਆ ਫਿਰ ਸਹੀ ਹੈ ਕਨਸੈਪਟ। ਇਸ ਐਕਸਰਸਾਈਜ਼ ਦੇ ਵਿੱਚ ਜਿੰਨੇ ਵੀ ਕੁਐਸਚਨ ਹੈਗੇ ਨੇ ਇਸ ਟਾਈਪ ਦੇ, ਉਹ ਸਾਰੇ v ਚ ਬਚਣਗੇ। ਪਰ ਅੱਗੇ ਨੈਕਸਟ ਚੈਪਟਰਾਂ ਦੀ ਪ੍ਰੋਬਲਮ ਆਣੀ ਹੈ, ਮੈਂ ਤਾਂ ਗੱਲ ਕਰ ਰਿਹਾ ਕਿ ਜੇ ਆਪਣੇ ਕੋਲ ਇਹ v ਚ ਬਚ ਗਿਆ ਫਿਰ ਤਾਂ ਸਹੀ ਹੈ, ਜੇ ਨਹੀਂ ਬਚਿਆ ਉਹ ਕੁਐਸਚਨ ਫਿਰ ਅੱਗੇ ਆਉਣਗੇ, ਆਪਣੇ ਇਹ ਚ ਨਹੀਂ ਆਉਣੇ ਫਿਲਹਾਲ, ਉਹ ਚ ਮੈਂ ਕੁਝ ਹੋਰ ਦੇਖਾਂਗੇ। ਇਹ ਕੱਟ ਗਿਆ, ਇਹ ਕੱਟ ਗਿਆ, ਇਹ ਚੋਂ ਉੱਪਰੋਂ ਨੀਚੇ ਇਹ ਚੋਂ x ਕਾਮਨ ਨਿਕਲ ਕੇ ਕੈਂਸਲ ਹੋ ਜਾਊਗਾ, ਇਹ ਬਚੇਗਾ v sin v minus 1 upon sin, ਉੱਪਰੋਂ x ਕੈਂਸਲ ਕਾਮਨ ਨਿਕਲ ਕੇ ਕੈਂਸਲ ਹੋ ਗਿਆ, ਇਹ ਸਾਰਾ v ਚ ਬਚ ਗਿਆ।
ये सही है। जे ना बचदा फिर आपां देखना। तो जिन्ने भी इस एक्सरसाइज क्वेश्चन होणगे सारे बीच बचणगे। दूजी गल, जे अपने कोल एंगल x/y होवे बाय चांस, दोने केसिस की कहा जी आही टाइप होना, तो x/y होवे तो इहदे च पुट करना x = vy पुट करना। मतलब जे एंगल दे विच y/x होवे तो उपरले नूं पुट करना y नूं भरांगे आपां vx, जे एंगल दे विच x/y होवे तो उपर वाले नूं भरना x नूं भरांगे आपां vy। जे इस क्वेश्चन च गलती नाल आपां y = vx भर लिया, भर के देख लिओ चाहे इन्हां क्वेश्चनां च, ये क्वेश्चन हैगा जी, ये सॉल्व नहीं होना। ਜਿਹੜਾ ਉੱਪਰ ਹੈਗਾ ਐਂਗਲ ਦੇ ਵਿੱਚ ਬਟਾ ਆ ਰਿਹਾ ਹੈਗਾ, ਜਿਹੜਾ ਉੱਪਰ ਹੈਗਾ ਉਹਨੂੰ ਪੁੱਟ ਕਰ, ਇਹ ਚ ਉੱਪਰ ਇਸ ਕੁਐਸਚਨ ਦੇ ਵਿੱਚ ਉੱਪਰ ਜੋ ਹੈਗਾ ਉਹ y ਸੀ ਤਾਂ y ਨੂੰ vx ਭਰਿਆ, ਬਾਕੀ ਦਾ ਸੋਲਵ ਹੋ ਜਾਏਗਾ ਸਿੰਪਲ ਜੀ। ਬਾਕੀ v ਚੱਕ ਕੇ ਉਧਰ ਲੈ ਜਾਓ। ਇਹਦੇ ਐਲਸੀਐਮ ਲੈ ਲਓ। वेरिएबल सेपरेट कर लो, फिर इंटीग्रेट कर लो, इंटीग्रेशन आ जाएगी साइन की माइनस कॉस माइनस एक्स माइनस सी कर लो, जो मर्जी कर लो, फर्क नहीं करना। माइनस सी तार वाला कि कैंसिल होगी, माइनस से प्लस आ जाएगी, v की वैल्यू कितनी होगी y/x, कांस्टेंट तो अपने हाथ में जो मर्जी बनी जाए, जे प्लस सी लोगे तो माइनस सी आ जाए, कोई फर्क नहीं पड़ना, आंसर सारे सेम, ये अपना आंसर है। चलो ये काम ट्राई कर लियो, कोई प्रॉब्लम हुई तो कुछ नहीं हुई, चाहे वीडियो नीचे कमेंट कर लियो, ਜਾਂ ਤੁਸੀਂ ਜਿਹੜੇ WhatsApp ग्रुप बने च कॉल कर सकते हो। थैंक यू।